Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਕੱਲ੍ਹ ਪੂਰੀ ਦੁਨੀਆ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸਾਧ ਸੰਗਤਾਂ ਵੱਲੋਂ ਮਨਾਇਆ ਗਿਆ ਹੈ। ਆਪ ਸਭ ਨੂੰ ਇੱਕ ਵਾਰ ਫਿਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਹੋਣ। ਤੇ ਹੁਣ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 195ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ। ਪਹਿਲੇ ਹੀ ਅੰਗ ਦੇ ਵਿੱਚ ਉਸ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਦੀ ਗੱਲ ਹੋਈ ਹੈ ਅਤੇ ਸਾਡੇ ਨਾ ਸ਼ੁਕਰੇ ਸੁਭਾਅ ਦੀ ਗੱਲ ਹੋਈ ਹੈ। ਗੌੜੀ ਮਹਿਲਾ ਪੰਜਵਾਂ। ਜਿਸ ਕਾ ਦੀਆ ਪੈਨਾ ਖਾਏ, ਤਿਸ ਸਿਓ ਆਲਸ ਕਿਉ ਬੰਨੈ ਮਾਏ। ਜਿਸ ਪ੍ਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਅਸੀਂ ਮਾਣਦੇ ਹਾਂ, ਜਿਸ ਦੇ ਬਖਸ਼ੇ ਹੋਏ ਪਦਾਰਥਾਂ ਦਾ ਅਸੀਂ ਸੇਵਨ ਕਰਦੇ ਹਾਂ, ਬਖਸ਼ੇ ਹੋਏ ਕੱਪੜਿਆਂ ਨੂੰ ਅਸੀਂ ਪਹਿਨਦੇ ਹਾਂ, ਜਿਹਦਾ ਦਿੱਤਾ ਹੋਇਆ ਅਸੀਂ ਖਾਂਦੇ ਪਹਿਨਦੇ ਹਾਂ। ਜਿਸ ਕਾ ਦੀਆ ਪੈਨਾ ਖਾਏ, ਤਿਸ ਸਿਓ ਆਲਸ ਕਿਉ ਬੰਨੈ ਮਾਏ। ਕਿਉ ਬੰਨੈ ਤੋਂ ਭਾਵ ਫੱਬਦਾ ਨਹੀਂ ਕਿ ਇਹ ਮੇਰੀ ਮਾਂ, ਉਸ ਦਾਤੇ ਦੀ ਯਾਦ ਵੱਲੋਂ ਆਲਸ ਕਰ ਲੈਣਾ ਫੱਬਦਾ ਨਹੀਂ ਹੈ ਸਾਨੂੰ। ਖਸਮ ਵਿਸਾਰ ਆਨ ਕਮ ਲਾਗੇ, ਕੌਡੀ ਬਦਲੇ ਰਤਨ ਤਿਆਗੈ ਰਹਾਉ। ਉਸ ਪ੍ਰਮਾਤਮਾ ਨੂੰ, ਖਸਮ ਪ੍ਰਭੂ ਨੂੰ ਤਿਆਗ ਕੇ ਜੀਵ ਹੋਰ ਪਾਸੇ ਲੱਗਿਆ ਹੋਇਆ ਹੈ ਤੇ ਅਜਿਹਾ ਕਰਕੇ ਉਹ ਕੌਡੀਆਂ ਦੇ ਬਦਲੇ ਦੇ ਵਿੱਚ ਕੀਮਤੀ ਰਤਨ ਤਿਆਗ ਰਿਹਾ ਹੈ। ਪਰਮਾਤਮਾ ਦਾ ਨਾਮ ਇੱਕ ਕੀਮਤੀ ਰਤਨ ਹੈ ਤੇ ਮਾਇਆ ਦੇ ਨਾਲ ਖਰੀਦੀਆਂ ਹੋਈਆਂ ਸਭ ਚੀਜ਼ਾਂ ਕੌਡੀਆਂ ਬਰਾਬਰ ਨੇ, ਕਿਉਂਕਿ ਉਹ ਤੁਹਾਨੂੰ ਅਸਥਾਈ ਖੁਸ਼ੀ ਦਿੰਦੀਆਂ ਨੇ ਤੇ ਪਰਮਾਤਮਾ ਦਾ ਨਾਮ ਤੁਹਾਨੂੰ ਸਥਾਈ ਖੁਸ਼ੀ ਦਿੰਦਾ ਹੈ। ਪ੍ਰਭੂ ਤਿਆਗ ਲਾਗਤ ਅਨ ਲੋਭਾ, ਦਾਸ ਸਲਾਮ ਕਰਤ ਕਤ ਸੋਭਾ। ਪਰਮਾਤਮਾ ਨੂੰ ਤਿਆਗ ਕੇ ਹੋਰ ਲੋਭਾਂ ਦੇ ਵਿੱਚ ਲੱਗਿਆ ਹੋਇਆ ਹੈ ਜੀਵ। ਤੇ ਅਗਲੀ ਪੰਕਤੀ ਦੇ ਵਿੱਚ ਕਹਿੰਦੇ ਕਿ ਦਾਸ ਸਲਾਮ ਕਰਤ ਕਦ ਸੋਭਾ, ਕਿ ਦਾਸਾਂ ਨੂੰ ਸਲਾਮ ਕੀਤਿਆਂ ਕਿਸੇ ਦੀ ਸ਼ੋਭਾ ਨਹੀਂ ਹੁੰਦੀ। ਤੇ ਇੱਥੇ ਦਾਸ ਸ਼ਬਦ ਮਾਇਆ ਦੇ ਲਈ ਵਰਤਿਆ ਗਿਆ ਹੈ, ਜੋ ਕਿ ਉਸ ਪਰਮਾਤਮਾ ਦੀ ਦਾਸੀ ਹੈ। ਉਦਾਹਰਣ ਦੁਨਿਆਵੀ ਹੈ ਪਰ ਭਾਵ ਰੂਹਾਨੀ ਹੈ। ਦੁਨੀਆਦਾਰੀ ਦੇ ਵਿੱਚ ਚੱਲਦੇ ਹੋਏ ਅਸੀਂ ਵੇਖਦੇ ਹਾਂ ਕਿ ਹਰ ਮਨੁੱਖ ਦੀ ਆਸ਼ਾ ਹੁੰਦੀ ਹੈ ਕਿ ਉਸ ਦੀ ਉੱਚੇ ਅਹੁਦੇ ਵਾਲੇ ਮਨੁੱਖਾਂ ਦੇ ਨਾਲ ਜਾਣ ਪਹਿਚਾਣ ਹੋਵੇ। ਉਹ ਰਾਜਿਆਂ ਨੂੰ ਸਲਾਮ ਕਰਦਾ ਹੈ ਜਾਂ ਕਰਨਾ ਚਾਹੁੰਦਾ ਹੈ, ਰਾਜਿਆਂ ਦੇ ਮੁਲਾਜ਼ਮਾਂ ਨੂੰ ਨਹੀਂ, ਕਿਉਂਕਿ ਉਹਨੂੰ ਪਤਾ ਹੈ ਕਿ ਰਾਜਿਆਂ ਨੂੰ ਜੇ ਸਲਾਮ ਕਰੂੰਗਾ ਤਾਂ ਮੇਰੀ ਜਗਤ ਦੇ ਵਿੱਚ ਸ਼ੋਭਾ ਮੰਨੀ ਜਾਏਗੀ, ਤਾਂ ਲੋਕ ਮੈਨੂੰ ਕੁਝ ਸਮਝਣਗੇ ਕਿ ਇਹਦੀ ਰਾਜਿਆਂ ਦੇ ਨਾਲ ਬਹਿਣੀ ਉੱਠਣੀ ਹੈ, ਇਹ ਬੰਦਾ ਕੁਝ ਹੈ। ਜੇਕਰ ਉੱਥੇ ਦਾਸਾਂ ਦੇ ਨਾਲ ਬਹਿਣੀ ਉੱਠਣੀ ਹੋਵੇਗੀ, ਉਹਨਾਂ ਰਾਜਿਆਂ ਦੇ ਮੁਲਾਜ਼ਮਾਂ ਦੇ ਨਾਲ ਬਹਿਣੀ ਉੱਠਣੀ ਹੋਵੇਗੀ, ਤਾਂ ਉਹ ਰੁਤਬਾ ਨਹੀਂ ਸਮਝਿਆ ਜਾਂਦਾ ਦੁਨੀਆਦਾਰੀ ਦੇ ਵਿੱਚ ਮਨੁੱਖ ਦਾ। ਸੋ ਉਹੀ ਚੀਜ਼ ਹੈ ਪਰਮਾਤਮਾ 'ਤੇ ਲਾਗੂ ਹੋ ਜਾਂਦੀ ਹੈ ਕਿ ਜਦ ਅਸੀਂ ਪਰਮਾਤਮਾ ਦੇ ਨਾਲ ਸਾਂਝ ਕਾਇਮ ਕਰਦੇ ਹਾਂ ਤਾਂ ਉਹਦੇ ਦਰਬਾਰ ਦੇ ਵਿੱਚ ਸਾਡੀ ਸ਼ੋਭਾ ਬਣਦੀ ਹੈ। ਤੇ ਜੇ ਅਸੀਂ ਉਹਦੀ ਦਾਸੀ ਮਾਇਆ ਦੇ ਨਾਲ ਸਾਂਝ ਬਣਾਉਂਦੇ ਹਾਂ ਤਾਂ ਉਹ ਸ਼ੋਭਾ ਨਹੀਂ ਬਣਦੀ। ਅੰਮ੍ਰਿਤ ਰਸ ਖਾਵੈ ਖਾਨ ਪਾਨ, ਜਿਸ ਦੀਏ ਤਿਸੈ ਨਾ ਜਾਣੈ ਸੁਆਨ। ਸੁਆਨ ਤੋਂ ਭਾਵ ਹੈ ਕੁੱਤੇ, ਕਿ ਅਸੀਂ ਕੁੱਤਿਆਂ ਵਰਗੇ ਜੀਵ ਉਸ ਪਰਮਾਤਮਾ ਦੇ ਬਖਸ਼ੇ ਹੋਏ ਰਸਾਂ ਦਾ ਸਵਾਦ ਮਾਣਦੇ ਹਾਂ, ਸਵਾਦਲੇ ਭੋਜਨ ਖਾਂਦੇ ਹਾਂ, ਪੀਣ ਵਾਲੀਆਂ ਚੀਜ਼ਾਂ ਅਸੀਂ ਪੀਂਦੇ ਹਾਂ। ਅੰਮ੍ਰਿਤ ਰਸ ਖਾਵੈ ਖਾਨ ਪਾਨ, ਪਰ ਜਿਸ ਪ੍ਰਮਾਤਮਾ ਨੇ ਇਹ ਸਾਨੂੰ ਬਖਸ਼ੀਆਂ ਨੇ, ਜਿਸ ਦੀਏ ਤਿਸੈ ਨਾ ਜਾਣੈ, ਉਹਨੂੰ ਨਹੀਂ ਅਸੀਂ ਜਾਣਦੇ। ਉਹ ਗੱਲ ਨਹੀਂ ਚੇਤੇ ਰੱਖਦੇ ਕਿ ਇਹ ਸਾਨੂੰ ਉਸ ਪਰਮਾਤਮਾ ਨੇ ਬਖਸ਼ੀਆਂ ਹੋਈਆਂ ਨੇ। ਸਿਰਫ ਉਹਨਾਂ ਚੀਜ਼ਾਂ ਦਾ ਸਵਾਦ ਮਾਣ ਲੈਂਦੇ ਹਾਂ। ਤਾਂ ਫਿਰ ਅਸੀਂ ਕੀ ਹੋਏ? ਕਹੋ ਨਾਨਕ ਹਮ ਲੂਣ ਹਰਾਮੀ, ਬਖਸ਼ ਲਿਹੋ ਪ੍ਰਭ ਅੰਤਰ ਜਾਮੀ। ਹੇ ਨਾਨਕ, ਇਹ ਆਖ ਕਿ ਅਸੀਂ ਨਮਕ ਹਰਾਮ ਹਾਂ, ਅਸੀਂ ਨਾ ਸ਼ੁਕਰੇ ਹਾਂ।
हे ਅੰਤਰਜਾਮੀ ਪਰਮਾਤਮਾ, ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਪ੍ਰਭੂ, ਸਾਡੀ ਇਸ ਭੁੱਲ ਨੂੰ ਬਖਸ਼ ਲੈ। ਗੌੜੀ ਮਹਿਲਾ ਪੰਜਵਾਂ। ਪ੍ਰਭ ਕੇ ਚਰਨ ਮਨ ਮਾਹੇ ਧਿਆਨ, ਸਗਲ ਤੀਰਥ ਮਜਨ ਇਸਨਾਨ। ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਆਪਣੇ ਮਨ ਦੇ ਵਿੱਚ ਧਾਰ। ਇਸ ਤਰ੍ਹਾਂ ਸਾਰੇ ਤੀਰਥਾਂ ਦੇ ਇਸ਼ਨਾਨ ਦਾ ਆਨੰਦ ਮਾਣ ਲੈ। ਹਰ ਦਿਨ ਹਰ ਸਿਮਰਨ ਮੇਰੇ ਭਾਈ, ਹੇ ਮੇਰੇ ਭਾਈ, ਹਰ ਰੋਜ਼ ਉਸ ਪਰਮਾਤਮਾ ਦਾ ਸਿਮਰਨ ਕਰ। ਕੋਟ ਜਨਮ ਕੀ ਮਲ ਲਹਿ ਜਾਈ, ਰਹਾਓ। ਇਸ ਪ੍ਰਕਾਰ ਕਰੋੜਾਂ ਜਨਮਾਂ ਦੀ ਵਿਕਾਰਾਂ ਦੀ ਮੈਲ ਉਤਰ ਜਾਂਦੀ ਹੈ। ਇਹ ਜੋ ਕਰੋੜਾਂ ਸਾਹ ਤੂੰ ਲੈ ਚੁੱਕਿਆ ਹੈ, ਹਰ ਸਾਹ ਦੇ ਨਾਲ ਆਪਣੇ ਉੱਪਰ ਜੇ ਵਿਕਾਰਾਂ ਦੀ ਮੈਲ ਚੜ੍ਹਾਈ ਹੈ ਤੇ ਉਹ ਸਾਰੀ ਲੈ ਜਾਣੀ ਹੈ। ਹਰ ਕੀ ਕਥਾ ਰਿਦ ਮਾਹੇ ਵਸਾਈ, ਮਨ ਵਾਂਛਤ ਸਗਲੇ ਫਲ ਪਾਈ। ਉਹ ਮਨੁੱਖ ਜਿਨ੍ਹਾਂ ਨੇ ਉਸ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਆਪਣੇ ਹਿਰਦਿਆਂ ਦੇ ਵਿੱਚ ਵਸਾ ਲਈ ਹੈ, ਉਹਨਾਂ ਨੇ ਮਨ ਵਾਂਛਤ ਫਲ ਪ੍ਰਾਪਤ ਕਰ ਲਏ ਹਨ। ਜੋ ਵੀ ਉਹਨਾਂ ਦੇ ਮਨ ਦੇ ਵਿੱਚ ਆਇਆ ਉਹੀ ਹਾਸਲ ਕਰ ਲਿਆ। ਜੀਵਨ ਮਰਨ ਜਨਮ ਪਰਵਾਨ, ਜਾਕੈ ਹਿਰਦੈ ਵਸੈ ਭਗਵਾਨ। ਜਿਹੜੇ ਹਿਰਦਿਆਂ ਦੇ ਵਿੱਚ ਉਹ ਭਗਵਾਨ ਆ ਵਸਦਾ ਹੈ, ਜਿਨ੍ਹਾਂ ਉੱਪਰ ਉਹ ਪਰਮਾਤਮਾ ਕਿਰਪਾ ਕਰਦਾ ਹੈ ਕਿ ਉਹ ਆਪਣੇ ਅੰਦਰ ਵਸਦੇ ਹੋਏ ਉਸ ਪਰਮਾਤਮਾ ਨੂੰ ਪਛਾਣ ਲੈਂਦੇ ਨੇ। ਉਹਨਾਂ ਦਾ ਪੂਰਾ ਜਨਮ ਜੀਵਨ ਤੋਂ ਲੈ ਕੇ ਮਰਨ ਤੱਕ ਪ੍ਰਵਾਨ ਹੋ ਜਾਂਦਾ ਹੈ। ਕਹੋ ਨਾਨਕ ਸੇਈ ਜਨ ਪੂਰੇ, ਜਿਨ੍ਹਾਂ ਪ੍ਰਾਪਤ ਸਾਧੂ ਧੂਰੇ। ਜਿਨ੍ਹਾਂ ਮਨੁੱਖਾਂ ਨੂੰ ਸਾਧਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋਈ ਹੈ, ਹੇ ਨਾਨਕ ਇਹ ਆਖ ਕਿ ਉਹੀ ਸੰਪੂਰਨ ਮਨੁੱਖ ਹਨ। ਗੌੜੀ ਮਹਿਲਾ ਪੰਜਵਾਂ। ਖਾਧਾ ਪੈਨ ਦਾ ਮੁੱਕਰ ਪਾਏ, ਤਿਸਨੋਂ ਜੋਹੇ ਦੂਤ ਧਰਮ ਰਾਏ। ਜਿਹੜਾ ਮਨੁੱਖ ਨਾ ਸ਼ੁਕਰਾ ਹੋ ਜਾਂਦਾ ਹੈ, ਉਸ ਪ੍ਰਮਾਤਮਾ ਵੱਲੋਂ ਬਖਸ਼ਿਆ ਹੋਇਆ ਖਾਂਦਾ ਪਹਿਨਦਾ ਹੈ, ਪਰ ਖਾ ਪਹਿਨ ਕੇ ਮੁੱਕਰ ਜਾਂਦਾ ਹੈ ਕਿ ਇਹ ਉਹਨੇ ਬਖਸ਼ਿਆ ਹੈ। ਉਸ ਮਨੁੱਖ ਨੂੰ ਧਰਮ ਰਾਜ ਦੇ ਦੂਤ ਆ ਟੱਕਰਦੇ ਹਨ, ਆਪਣੀ ਤਾਕ ਦੇ ਵਿੱਚ ਰੱਖਦੇ ਹਨ। ਉਹ ਮਨੁੱਖ ਆਤਮਕ ਮੌਤ 'ਤੇ ਮਰਿਆ ਰਹਿੰਦਾ ਹੈ। ਹੁਣ ਕਾਰਨ ਕੀ ਹੈ? ਜਦੋਂ ਤੁਸੀਂ ਇਸ ਗੱਲ ਨੂੰ ਇਨਕਾਰ ਕਰ ਦਿੰਦੇ ਹੋ ਕਿ ਇਹ ਬਖਸ਼ਿਸ਼ਾਂ ਉਸ ਪਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਹਨ, ਤੇ ਇਹ ਸੋਚ ਲੈਂਦੇ ਹੋ ਕਿ ਇਹ ਮੈਂ ਖੁਦ ਕਮਾਈਆਂ ਹਨ, ਜੋ ਕੁਝ ਤੁਹਾਡੇ ਕੋਲ ਹੈ ਉਸ ਸਭ ਦਾ ਕ੍ਰੈਡਿਟ ਜਦੋਂ ਤੁਸੀਂ ਆਪਣੇ ਆਪ ਨੂੰ ਦੇ ਦਿੰਦੇ ਹੋ, ਤਾਂ ਬਾਅਦ ਦੇ ਵਿੱਚ ਜਦ ਕੋਈ ਦੁੱਖ ਆਉਂਦਾ ਹੈ ਤਾਂ ਉਹਦਾ ਕ੍ਰੈਡਿਟ ਵੀ ਤੁਹਾਨੂੰ ਹੀ ਮਿਲਦਾ ਹੈ, ਤੇ ਤੁਸੀਂ ਦੁਖੀ ਵੀ ਵਧੇਰੇ ਹੁੰਦੇ ਹੋ, ਕਿਉਂਕਿ ਹੁਣ ਤੁਸੀਂ ਉਸ ਦੁੱਖ ਤੋਂ ਆਪਣਾ ਪੱਲਾ ਨਹੀਂ ਝਾੜ ਸਕਦੇ। ਜੇ ਪੱਲਾ ਝਾੜਨਾ ਹੈ ਤਾਂ ਦੁੱਖ ਆਉਣ ਤੋਂ ਪਹਿਲਾਂ ਝਾੜਨਾ ਪੈਂਦਾ ਹੈ। ਜਦੋਂ ਖੁਸ਼ੀਆਂ ਦੇ ਦਿਨ ਹੁੰਦੇ ਨੇ, ਖੁਸ਼ੀਆਂ ਦੇ ਸਮੇਂ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਕੇ ਕਹਿਣਾ ਚਾਹੀਦਾ ਹੈ ਕਿ ਇਹ ਖੁਸ਼ੀਆਂ ਮੈਂ ਨਹੀਂ ਕਮਾਈਆਂ, ਇਹ ਉਸ ਪਰਮਾਤਮਾ ਨੇ ਬਖਸ਼ੀਆਂ ਨੇ। ਮੇਰੀ ਕੀ ਜ਼ਰੂਰਤ ਹੈ ਉਹਦੀ ਮਰਜ਼ੀ ਤੋਂ ਬਿਨਾਂ ਮੈਂ ਇਹ ਖੁਸ਼ੀਆਂ ਹਾਸਲ ਕਰ ਪਾਵਾਂ। ਸੋ ਜਦ ਤੱਕ ਅਸੀਂ ਉਹਦਾ ਦਿੱਤਾ ਹੋਇਆ ਖਾਂਦੇ ਪਹਿਨਦੇ ਹੋਏ ਵੀ ਮੁੱਕਰੇ ਰਹਿੰਦੇ ਹਾਂ ਉਹਦੀਆਂ ਬਖਸ਼ਿਸ਼ਾਂ ਤੋਂ, ਤਦ ਤੱਕ ਸਾਡੀ ਆਤਮਿਕ ਮੌਤ ਸਾਡੇ ਨਾਲ ਹੀ ਹੁੰਦੀ ਹੈ। ਤਿਸ ਸਿਓ ਬੇਮੁਖ ਜਿਨ ਜੀਓ ਪਿੰਡ ਦੀਨਾ। ਅਸੀਂ ਉਸ ਪਰਮਾਤਮਾ ਤੋਂ ਹੀ ਬੇਮੁਖ ਹੋਏ ਰਹਿੰਦੇ ਹਾਂ ਜਿਹਨੇ ਸਾਡੇ ਸਰੀਰ ਨੂੰ, ਸਾਡੇ ਮਨ ਨੂੰ ਤੇ ਸਾਡੀ ਜਿੰਦ ਨੂੰ ਸਹਾਰਾ ਦਿੱਤਾ ਹੋਇਆ ਹੈ। ਸਾਡੇ ਸਰੀਰ ਦੇ ਅੰਦਰ ਇਹ ਜੋ ਜਾਨ ਹੈ, ਇਹਨੂੰ ਅਸੀਂ ਨਹੀਂ ਫੜ ਕੇ ਰੱਖਿਆ ਹੋਇਆ, ਇਹ ਉਸ ਪਰਮਾਤਮਾ ਦੀ ਬਖਸ਼ਿਸ਼ ਹੈ ਜੋ ਸਾਡੇ ਅੰਦਰ ਇਹ ਪ੍ਰਾਣ ਹਨ। ਜਦ ਉਹਦਾ ਦਿਲ ਕੀਤਾ ਉਹਨੇ ਬਾਹਰ ਕੱਢ ਲੈਣੇ ਨੇ, ਅਸੀਂ ਰੋਕ ਨਹੀਂ ਪਾਉਂਦੇ। ਜਦ ਆ ਜਾਂਦੀ ਹੈ ਤਾਂ ਆ ਜਾਂਦੀ ਹੈ, ਜਦ ਉਹਦੀ ਮਰਜ਼ੀ ਹੁੰਦੀ ਹੈ ਤਾਂ ਜੀਵ ਨੂੰ ਬਿਲਕੁਲ ਮੌਤ ਦੇ ਮੂੰਹ 'ਚੋਂ ਵੀ ਕੱਢ ਲਿਆਉਂਦਾ ਹੈ। ਵੱਡੇ ਵੱਡੇ ਹਾਦਸਿਆਂ ਦੇ ਵਿੱਚੋਂ ਵੀ ਮਨੁੱਖ ਜਾਂ ਜੀਵ ਬਚ ਜਾਂਦੇ ਨੇ, ਤੇ ਜਦ ਉਹਦੀ ਮਰਜ਼ੀ ਹੁੰਦੀ ਹੈ ਤਾਂ ਸੁੱਤੇ ਪਿਆਂ ਹੋਇਆਂ ਨੂੰ ਵੀ ਮੌਤ ਆ ਜਾਂਦੀ ਹੈ। ਸੋ ਇਹ ਜੋ ਸਾਡੇ ਅੰਦਰ ਪ੍ਰਾਣ ਹਨ, ਇਹਨਾਂ 'ਤੇ ਸਾਡਾ ਬਿਲਕੁਲ ਵੀ ਕੰਟਰੋਲ ਨਹੀਂ ਹੈ, ਬਿਲਕੁਲ ਵੀ। ਜੀਓ ਪਿੰਡ ਦੀਨਾ, ਇਹ ਜੋ ਜੀਓ ਪਿੰਡ ਹੈ, ਇਹ ਸਰੀਰ, ਇਹ ਜਿੰਦ ਉਸ ਪਰਮਾਤਮਾ ਦੀ ਦਿੱਤੀ ਹੋਈ ਹੈ।
ਉਹੀ ਇਹਨੂੰ ਸਹਾਰਾ ਦੇ ਕੇ ਰੱਖਦਾ ਹੈ। ਤੇ ਅਸੀਂ ਕੀ ਕਰਦੇ ਹਾਂ? ਤਿਸ ਸਿਓ ਬੇਮੁਖ, ਅਸੀਂ ਉਸ ਪ੍ਰਮਾਤਮਾ ਤੋਂ ਹੀ ਬੇਮੁਖ ਹੋਏ ਰਹਿੰਦੇ ਹਾਂ। ਤੇ ਅਜਿਹਾ ਕਰਕੇ ਅਸੀਂ ਨੁਕਸਾਨ ਵੀ ਆਪਣਾ ਹੀ ਕਰਵਾਉਂਦੇ ਹਾਂ। ਕੋਟ ਜਨਮ ਭਰ ਮੈਂ ਬਹੁ ਜੂਨਾ, ਰਹਾਓ। ਸਾਰੀ ਜ਼ਿੰਦਗੀ ਭਰ ਅਸੀਂ ਕਰੋੜਾਂ ਜਨਮ ਜਿਉਂ ਲੈਂਦੇ ਹਾਂ ਤੇ ਕਰੋੜਾਂ ਜੂਨਾਂ ਵਿੱਚ ਦੀ ਅਸੀਂ ਲੰਘ ਜਾਂਦੇ ਹਾਂ। ਕਿਸੇ ਵਕਤ ਸਾਡੀ ਵਿਰਤੀ ਕੈਸੀ ਹੁੰਦੀ ਹੈ, ਕਿਸੇ ਵਕਤ ਸਾਡੀ ਵਿਰਤੀ ਕੈਸੀ ਹੁੰਦੀ ਹੈ। ਕਦੇ ਦੁਖੀ ਹਾਂ, ਖੁਸ਼ ਹਾਂ, ਉਦਾਸ ਹਾਂ, ਕਦੇ ਉਤਸ਼ਾਹ ਦੇ ਵਿੱਚ ਹਾਂ, ਕਦੇ ਚਿੰਤਾ ਦੇ ਵਿੱਚ ਹਾਂ। ਇਹ ਸਾਰੀਆਂ ਜੂਨਾਂ ਹੀ ਨੇ। ਕਦੇ ਲਾਲਚੀ ਹੋ ਜਾਂਦੇ ਹਾਂ, ਕਦੇ ਨਾਸ਼ੁਕਰੇ ਹੋ ਜਾਂਦੇ ਹਾਂ। ਇਹ ਸਾਰੀਆਂ ਜੂਨਾਂ ਦੇ ਵਿੱਚ ਹੀ ਅਸੀਂ ਭਟਕਦੇ ਰਹਿੰਦੇ ਹਾਂ। ਤੇ ਜਦ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਤੇ ਇਹ ਸਾਰੀ ਭਟਕਣਾ ਮੁੱਕ ਕੇ ਮਨ ਇੱਕ ਥਾਂ ਤੇ ਇਕਾਗਰ ਹੋ ਜਾਂਦਾ ਹੈ, ਸਥਿਰ ਹੋ ਜਾਂਦਾ ਹੈ। ਸਾਕਤ ਕੀ ਐਸੀ ਹੈ ਰੀਤ, ਜੋ ਕਿਛ ਕਰੈ ਸਗਲ ਵਿਪਰੀਤ। ਸਾਕਤ ਉਹ ਜੀਵ ਜਿਹੜਾ ਉਸ ਪ੍ਰਮਾਤਮਾ ਤੋਂ ਬੇਮੁਖ ਹੈ। ਕਹਿੰਦੇ ਸਾਕਤ ਕੀ ਐਸੀ ਹੈ ਰੀਤ, ਉਸ ਪ੍ਰਮਾਤਮਾ ਤੋਂ ਬੇਮੁਖ ਹੋਏ ਹੋਏ ਮਨੁੱਖ ਦੀ ਐਸੀ ਰੀਤ ਹੈ ਕਿ ਜੋ ਕਿਛ ਕਰੈ ਸਗਲ ਵਿਪਰੀਤ। ਉਹ ਜੋ ਕੁਝ ਵੀ ਕਰਦਾ ਹੈ ਉਲਟਾ ਹੀ ਕਰਦਾ ਹੈ। ਜੋ ਉਸ ਪ੍ਰਮਾਤਮਾ ਦਾ ਰਾਹ ਹੈ, ਚੰਗਿਆਈ ਦਾ ਰਾਹ ਹੈ, ਉਹਦੇ ਤੇ ਨਾ ਚੱਲ ਕੇ, ਉਹਦੇ ਨਾਮ ਸਿਮਰਨ ਦੇ ਰਾਹ ਤੇ ਨਾ ਚੱਲ ਕੇ ਮਾਇਆ ਵੱਲ ਨੂੰ ਜਾਂਦਾ ਹੈ। ਜਿਉ ਪ੍ਰਾਨ ਜਿਨ ਮਨ ਤਨ ਧਾਰਿਆ, ਸੋਈ ਠਾਕਰ ਮਨੋਂ ਵਿਸਾਰਿਆ। ਫਿਰ ਤੋਂ ਉਹੀ ਭਾਵ ਹੈ ਕਿ ਜਿਸ ਪ੍ਰਮਾਤਮਾ ਨੇ ਸਾਡੇ ਜਿੰਦ ਨੂੰ, ਸਾਡੇ ਪ੍ਰਾਣਾਂ ਨੂੰ ਆਸਰਾ ਦਿੱਤਾ ਹੋਇਆ ਹੈ, ਅਸੀਂ ਉਸੇ ਠਾਕੁਰ ਨੂੰ ਹੀ ਮਨੋਂ ਵਿਸਾਰੀ ਬੈਠੇ ਹਾਂ। ਵਧੇ ਵਿਕਾਰ ਲਿਖੇ ਬਹੁ ਕਾਗਰ। ਤੇ ਅਜਿਹਾ ਕਰਕੇ ਅਸੀਂ ਆਪਣੇ ਵਿਕਾਰਾਂ ਨੂੰ ਬੜਾਵਾ ਦਿੰਦੇ ਹਾਂ। ਸਾਡੇ ਵਿਕਾਰ ਵੱਧਦੇ ਜਾਂਦੇ ਨੇ ਤੇ ਜੇ ਉਹਨਾਂ ਨੂੰ ਲਿਖਣ ਬੈਠ ਜਾਈਏ ਤਾਂ ਬਹੁਤ ਸਾਰੇ ਕਾਗਜ਼ ਭਰ ਜਾਣਗੇ। ਸਾਡੇ ਵਿਕਾਰਾਂ ਦੀ ਲਿਸਟ ਨਹੀਂ ਮੁੱਕਣੀ। ਨਾਨਕ ਉਦਰ ਕਿਰਪਾ ਸੁਖ ਸਾਗਰ। ਹੇ ਨਾਨਕ, ਉਸ ਸੁਖ ਸਾਗਰ ਪ੍ਰਮਾਤਮਾ ਦੇ ਅੱਗੇ, ਉਸ ਕਿਰਪਾਲੂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰ ਕਿ ਸਾਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ। ਪਾਰ ਬ੍ਰਹਮ ਤੇਰੀ ਸਰਨਾਏ, ਬੰਧਨ ਕਾਟ ਤਰੈ ਹਰਨਾਏ, ਰਹਾਓ ਦੂਜਾ। ਹੇ ਪਾਰ ਬ੍ਰਹਮ, ਹੇ ਪ੍ਰਮਾਤਮਾ, ਜਿਹੜੇ ਮਨੁੱਖ ਤੇਰੀ ਸ਼ਰਨ ਦੇ ਵਿੱਚ ਆਉਂਦੇ ਹਨ ਉਹ ਤੇਰੇ ਨਾਮ ਦੀ ਬਰਕਤ ਦੇ ਨਾਲ ਆਪਣੇ ਵਿਕਾਰਾਂ ਦੇ ਬੰਧਨ ਕੱਟ ਕੇ ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਜਾਂਦੇ ਹਨ। ਗੌੜੀ ਮਹਿਲਾ ਪੰਜਵਾਂ। ਆਪਣੇ ਲੋਭ ਕਉ ਕੀਨੋ ਮੀਤ, ਸਗਲ ਮਨੋਰਥ ਮੁਕਤ ਪਦ ਦੀਤ। ਭਾਵੇਂ ਕੋਈ ਮਨੁੱਖ ਆਪਣੇ ਲਾਲਚ ਦੀ ਖਾਤਰ ਹੀ ਉਸ ਪ੍ਰਮਾਤਮਾ ਨੂੰ ਆਪਣਾ ਮਿੱਤਰ ਬਣਾਵੇ, ਆਪਣੇ ਲੋਭ ਕਉ ਕੀਨੋ ਮੀਤ, ਫਿਰ ਵੀ ਉਹ ਪ੍ਰਮਾਤਮਾ ਉਹਦੇ ਸਾਰੇ ਮਨੋਰਥ ਪੂਰੇ ਕਰ ਦਿੰਦਾ ਹੈ ਤੇ ਉਹਨੂੰ ਮੁਕਤੀ ਦੀ ਅਵਸਥਾ ਦੇ ਦਿੰਦਾ ਹੈ। ਅਜਿਹੀ ਅਵਸਥਾ ਜਿੱਥੇ ਮਾਇਆ ਤੇ ਕੋਈ ਵਿਕਾਰ ਉਹਨੂੰ ਪੋ ਨਹੀਂ ਸਕਦੇ। ਤੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਆਪਣੇ ਲਾਲਚ ਦੀ ਖਾਤਰ ਹੀ ਜ਼ਿਆਦਾਤਰ ਉਸ ਪ੍ਰਮਾਤਮਾ ਨੂੰ ਆਪਣਾ ਮਿੱਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਖੁਸ਼ੀਆਂ ਦੇ ਵੇਲਿਆਂ ਦੇ ਵਿੱਚ ਉਹਨੂੰ ਅਸੀਂ ਯਾਦ ਨਹੀਂ ਕਰਦੇ। ਜਦ ਦੁੱਖ ਆਉਂਦਾ ਹੈ ਤਦੋਂ ਹੀ ਹੱਥ ਜੋੜ ਕੇ ਉਸ ਪ੍ਰਮਾਤਮਾ ਅੱਗੇ ਅਰਦਾਸਾਂ ਕਰਦੇ ਹਾਂ। ਇਸੇ ਲਈ ਹੀ ਗੁਰੂ ਜੀ ਨੇ ਲਿਖਿਆ ਹੈ ਕਿ ਆਪਣੇ ਲੋਭ ਕੋ ਕੀਨੋ ਮੀਤ। ਐਸਾ ਮੀਤ ਕਰੋ ਸਭ ਕੋਏ, ਜਾਤੇ ਵਿਰਥਾ ਕੋਏ ਨਾ ਹੋਏ, ਰਹਾਓ। ਅਜਿਹਾ ਮਿੱਤਰ ਹਰ ਕਿਸੇ ਨੂੰ ਬਣਾਉਣਾ ਚਾਹੀਦਾ ਹੈ। ਭਾਵ ਕਿ ਉਸ ਪ੍ਰਮਾਤਮਾ ਨੂੰ ਹਰ ਕਿਸੇ ਜੀਵ ਨੂੰ ਆਪਣਾ ਮਿੱਤਰ ਬਣਾਉਣਾ ਚਾਹੀਦਾ ਹੈ, ਕਿਉਂਕਿ ਉਹਦੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਜਾਂਦਾ। ਆਪਣਾ ਸਵਾਦ ਹਿਰਦੈ ਲੈ ਧਾਰਿਆ, ਦੁਖ ਦਰਦ ਰੋਗ ਸਗਲ ਵਿਦਾਰਿਆ। ਉਹ ਪ੍ਰਮਾਤਮਾ ਵਖਰੇਵਾਂ ਨਹੀਂ ਕਰਦਾ। ਬੇਸ਼ੱਕ ਕਿਸੇ ਮਨੁੱਖ ਨੇ ਆਪਣੇ ਸਵਾਰਥ ਦੇ ਲਈ ਹੀ ਉਹਨੂੰ ਆਪਣੇ ਹਿਰਦੇ ਦੇ ਵਿੱਚ ਧਾਰਿਆ ਹੋਵੇ, ਫਿਰ ਵੀ ਉਹ ਪ੍ਰਮਾਤਮਾ ਉਹਦੇ ਸਾਰੇ ਦੁੱਖ ਦਰਦ ਵਿਦਾਰ ਦਿੰਦਾ ਹੈ, ਸਾਰੇ ਦੁੱਖ ਦਰਦਾਂ ਦਾ ਨਾਸ ਕਰ ਦਿੰਦਾ ਹੈ। ਸਾਡੀਆਂ ਸਭ ਦੀਆਂ ਜ਼ਿੰਦਗੀਆਂ ਦੇ ਵਿੱਚ
ਕਦੇ ਨਾ ਕਦੇ ਕੋਈ ਨਾ ਕੋਈ ਦੁੱਖ ਜ਼ਰੂਰ ਆਉਂਦਾ ਹੈ। ਤਾਂ ਉਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਦੋਵੇਂ ਹੱਥ ਜੋੜ ਕੇ ਤੇ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਨ ਲੱਗਦੇ ਹਾਂ। ਹਰ ਕਿਸੇ ਦਾ ਆਪਣਾ ਆਪਣਾ ਇਸ਼ਟ ਹੈ, ਆਪਣਾ ਆਪਣਾ ਤਰੀਕਾ ਹੈ। ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਸ ਪ੍ਰਮਾਤਮਾ ਨੂੰ ਪ੍ਰਤੱਖ ਮੰਨਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਖਲੋ ਕੇ ਅਰਦਾਸ ਬੇਨਤੀ ਕਰਦਾ ਹੈ। ਕੋਈ ਮਨੁੱਖ ਨੂੰ ਮੂਰਤੀਆਂ ਦੇ ਵਿੱਚੋਂ ਉਹ ਪ੍ਰਮਾਤਮਾ ਨਜ਼ਰ ਆਉਂਦਾ ਹੈ ਤੇ ਉਹ ਮੂਰਤੀਆਂ ਦੇ ਅੱਗੇ ਹੱਥ ਜੋੜ ਕੇ ਤੇ ਅਰਦਾਸ ਕਰਦਾ ਹੈ। ਕੋਈ ਮਨੁੱਖ ਸਿਰਫ ਉੱਪਰ ਵੱਲ ਆਸਮਾਨ ਵੱਲ ਨੂੰ ਤੱਕ ਕੇ ਹੀ ਅਰਦਾਸ ਕਰ ਲੈਂਦਾ ਹੈ। ਹਰ ਕਿਸੇ ਦਾ ਆਪਣਾ ਆਪਣਾ ਤਰੀਕਾ ਹੈ, ਪਰ ਦੁੱਖ ਦੇ ਵੇਲੇ ਅਰਦਾਸ ਜ਼ਰੂਰ ਕਰਦਾ ਹੈ। ਤੇ ਉਹਦਾ ਅਸਰ ਕੀ ਹੁੰਦਾ ਹੈ ਕਿ ਸਾਨੂੰ ਇੱਕ ਧਰਵਾਸ ਮਿਲ ਜਾਂਦਾ ਹੈ। ਹਾਲਾਂਕਿ ਸਾਡੇ ਆਸ-ਪਾਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਮਿੱਤਰ, ਸਾਡੇ ਰਿਸ਼ਤੇਦਾਰ, ਸਕੇ ਸੰਬੰਧੀ ਹੁੰਦੇ ਹਨ ਤੇ ਉਹ ਸਾਨੂੰ ਧਰਵਾਸ ਵੀ ਦੇਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਕੇ ਇੱਕ ਅਜਿਹਾ ਸਕੂਨ ਮਨੁੱਖ ਨੂੰ ਹਾਸਲ ਹੁੰਦਾ ਹੈ ਜਿਹੜਾ ਉਹਨਾਂ ਸਕੇ ਸੰਬੰਧੀਆਂ ਦੀਆਂ ਗੱਲਾਂ ਦੇ ਵਿੱਚੋਂ ਨਹੀਂ ਹੋ ਪਾਉਂਦਾ, ਨਹੀਂ ਮਿਲ ਪਾਉਂਦਾ। ਇਸੇ ਲਈ ਹੀ ਗੁਰੂ ਜੀ ਨੇ ਕਿਹਾ ਹੈ ਕਿ ਆਪਣਾ ਸੁਆਏ ਹਿਰਦੈ ਲੈ ਧਾਰਿਆ, ਦੁੱਖ ਦਰਦ ਰੋਗ ਸਗਲ ਵਿਦਾਰਿਆ। ਕਿ ਬੇਸ਼ੱਕ ਮਨੁੱਖ ਆਪਣੇ ਸਵਾਰਥ ਦੇ ਲਈ ਹੀ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਧਾਰੇ, ਅਜਿਹਾ ਕਰਨ ਨਾਲ ਵੀ ਉਹਦੇ ਸਾਰੇ ਦੁੱਖ ਦਰਦ ਨਾਸ ਹੋ ਜਾਂਦੇ ਹਨ। ਰਸਨਾ ਗੀਧੀ ਬੋਲਤ ਰਾਮ, ਪੂਰਨ ਹੋਏ ਸਗਲੇ ਕਾਮ। ਤੇ ਜਿਨ੍ਹਾਂ ਮਨੁੱਖਾਂ ਦੀ ਜੀਵ ਉਸ ਰਾਮ ਦਾ ਨਾਮ ਬੋਲਣ ਦੇ ਵਿੱਚ, ਉਸ ਪ੍ਰਮਾਤਮਾ ਦਾ ਨਾਮ ਜਪਣ ਦੇ ਵਿੱਚ ਗਿੱਜੀ ਹੋਈ ਹੈ, ਉਹਨਾਂ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ। ਅਨਕ ਬਾਰ ਨਾਨਕ ਬਲਿਹਾਰਾ, ਸਫਲ ਦਰਸ਼ਨ ਗੋਬਿੰਦ ਹਮਾਰਾ। ਹੇ ਨਾਨਕ, ਇਹ ਆਖ ਕਿ ਅਸੀਂ ਆਪਣੇ ਗੋਬਿੰਦ ਤੋਂ ਅਨੇਕਾਂ ਵਾਰੀ ਕੁਰਬਾਨ ਜਾਂਦੇ ਹਾਂ। ਸਾਡਾ ਗੋਬਿੰਦ, ਸਾਡਾ ਪ੍ਰਮਾਤਮਾ ਐਸਾ ਹੈ ਕਿ ਉਹਦਾ ਦਰਸ਼ਨ ਸਾਰੇ ਫਲ ਦੇਣ ਵਾਲਾ ਹੈ। ਗੌੜੀ ਮਹਿਲਾ ਪੰਜਵਾਂ। ਕੋਟ ਬਿਗਨ ਹਿਰੇ ਖਿਨ ਮਾਹੇ, ਹਰ ਹਰ ਕਥਾ ਸਾਧ ਸੰਗ ਸੁਨਾਹੇ। ਜਿਹੜੇ ਮਨੁੱਖ ਸਾਧ ਸੰਗਤ ਦੇ ਵਿੱਚ ਟਿਕ ਕੇ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਦੇ ਹਨ, ਉਹਨਾਂ ਦੀ ਜ਼ਿੰਦਗੀ ਦੇ ਰਾਹ ਦੇ ਵਿੱਚ ਆਉਣ ਵਾਲੇ ਕਰੋੜਾਂ ਹੀ ਵਿਘਨ, ਕਰੋੜਾਂ ਹੀ ਰੁਕਾਵਟਾਂ ਇੱਕ ਪਲ ਦੇ ਵਿੱਚ ਖਤਮ ਹੋ ਜਾਂਦੀਆਂ ਹਨ। ਜ਼ਿੰਦਗੀ ਦਾ ਰਾਹ ਸਿੱਧਾ ਹੋ ਜਾਂਦਾ ਹੈ, ਸਭ ਦੁਬਿਧਾਵਾਂ ਮੁੱਕ ਜਾਂਦੀਆਂ ਹਨ। ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ, ਜਪ ਹਰ ਚਰਨ ਮਿਟੀ ਖੁਦ ਤਾਸ ਰਹਾਓ। ਉਸ ਪ੍ਰਮਾਤਮਾ ਦੇ ਨਾਮ ਦਾ ਰਸ ਪੀਂਦਿਆਂ, ਪ੍ਰਮਾਤਮਾ ਦੇ ਆਤਮਿਕ ਜੀਵਨ ਦੇਣ ਵਾਲੇ ਗੁਣਾਂ ਦਾ ਜਸ ਗਾਉਂਦਿਆਂ। ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ, ਜਪ ਹਰ ਚਰਨ। ਉਸ ਪ੍ਰਮਾਤਮਾ ਦੇ ਚਰਨਾਂ ਦਾ ਜਾਪ ਕਰਦਿਆਂ ਮਿਟੀ ਖੁਦ ਤਾਸ। ਖੁਦ ਤਾਸ ਤੋਂ ਭਾਵ ਭੁੱਖ, ਹਰ ਪ੍ਰਕਾਰ ਦੀ ਭੁੱਖ ਮਿਟ ਜਾਂਦੀ ਹੈ। ਸਰਬ ਕਲਿਆਣ ਸੁਖ ਸਹਿਜ ਨਿਧਾਨ, ਜਾ ਕੈ ਹਿਰਦੈ ਵਸੈ ਭਗਵਾਨ। ਜਿਸ ਜੀਵ ਦੇ ਹਿਰਦੇ ਦੇ ਵਿੱਚ ਉਹ ਪ੍ਰਮਾਤਮਾ ਆ ਵਸਦਾ ਹੈ, ਉਹਨੂੰ ਸਾਰੇ ਹੀ ਸੁੱਖਾਂ ਦੇ ਖਜ਼ਾਨੇ, ਸੁਖ ਸਹਿਜ ਨਿਧਾਨ, ਸਭ ਸੁੱਖਾਂ ਦੇ ਸਬਰਾਂ ਦੇ ਖਜ਼ਾਨੇ ਮਿਲ ਜਾਂਦੇ ਹਨ। ਆਤਮਿਕ ਅਡੋਲਤਾ ਅਤੇ ਆਨੰਦ ਮਿਲ ਜਾਂਦਾ ਹੈ। ਔਖਦ ਮੰਤਰ ਤੰਤ ਸਭ ਸਾਰ, ਕਰਨਾ ਹਾਰ ਹਿਰਦੈ ਮਹਿ ਧਾਰ। ਕਿ ਉਸ ਕਰਨਹਾਰ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈ। ਉਹਦੀ ਤਾਕਤ ਦੇ ਅੱਗੇ ਹਰ ਪ੍ਰਕਾਰ ਦੀਆਂ ਦਵਾਈਆਂ, ਹਰ ਪ੍ਰਕਾਰ ਦੇ ਮੰਤਰ ਤੰਤਰ ਤੁੱਛ ਹਨ। ਸਾਰ ਤੋਂ ਭਾਵ ਤੁੱਛ। ਤਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹ ਧਰਮ। ਹੇ ਨਾਨਕ, ਇਹ ਆਖ ਕਿ ਹਰ ਪ੍ਰਕਾਰ ਦੇ ਭਰਮ ਤਿਆਗ ਕੇ ਉਸ ਪ੍ਰਮਾਤਮਾ ਦਾ ਭਜਨ ਕਰ, ਕਿਉਂਕਿ ਇਹੀ ਅਟਲ ਧਰਮ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 195ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ।
ਸਾਰੀ ਹੀ ਬਾਣੀ ਦੇ ਵਿੱਚ ਇੱਕ ਹੀ ਮੈਸੇਜ ਚੱਲਿਆ ਹੈ, ਇੱਕ ਹੀ ਸੰਦੇਸ਼ ਚੱਲਿਆ ਹੈ। ਉਹ ਇਹੀ ਹੈ ਕਿ ਸਾਨੂੰ ਸਭ ਕੁਝ ਬਖਸ਼ਣ ਵਾਲਾ, ਖਾਣ ਪਹਿਨਣ ਵਾਲੇ ਪਦਾਰਥਾਂ ਤੋਂ ਲੈ ਕੇ ਸਾਡੀ ਜਿੰਦ ਤੱਕ ਸਭ ਕੁਝ ਬਖਸ਼ਣ ਵਾਲਾ ਉਹ ਪਰਮਾਤਮਾ ਹੈ। ਇਸ ਲਈ ਉਸ ਪਰਮਾਤਮਾ ਨੂੰ ਸਦਾ ਚੇਤੇ ਦੇ ਵਿੱਚ ਰੱਖਣਾ ਚਾਹੀਦਾ ਹੈ, ਉਹਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ। ਤੇ ਉਹ ਪਰਮਾਤਮਾ ਇੰਨਾ ਬਖਸ਼ਣਹਾਰ ਹੈ ਕਿ ਜੇਕਰ ਕੋਈ ਮਨੁੱਖ ਲਾਲਚ ਬਸ ਸਿਰਫ ਔਖੇ ਵੇਲੇ ਵੀ ਉਹਨੂੰ ਯਾਦ ਕਰਦਾ ਹੈ, ਉਹਦੇ ਵੀ ਉਹ ਸਾਰੇ ਦੁੱਖ ਦਰਦ ਨਿਵਾਰ ਦਿੰਦਾ ਹੈ। ਮਨੁੱਖ ਨੇ ਉਸ ਪਰਮਾਤਮਾ ਦੇ ਲੜ ਲੱਗਣਾ ਹੈ ਜਾਂ ਮਾਇਆ ਦੇ ਲੜ ਲੱਗਣਾ ਹੈ, ਇਹ ਵੀ ਉਸ ਪਰਮਾਤਮਾ ਦੀ ਹੀ ਬਖਸ਼ਿਸ਼ ਹੈ। ਕਿਸੇ ਨੂੰ ਉਹ ਮਾਇਆ ਵਿਹੜੇ ਹੀ ਲਾਈ ਰੱਖਦਾ ਹੈ, ਸਾਕਤ ਹੀ ਬਣਾਈ ਰੱਖਦਾ ਹੈ, ਤੇ ਕਿਸੇ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ। ਸਭ ਉਸ ਪਰਮਾਤਮਾ ਦੀ ਲੀਲਾ ਹੈ। ਆਓ ਇਸ ਲੀਲਾ ਨੂੰ ਸਵੀਕਾਰੀਏ, ਉਹਦੀ ਮਰਜ਼ੀ ਦੇ ਵਿੱਚ ਚੱਲੀਏ, ਉਹਦੀ ਮਰਜ਼ੀ ਨੂੰ ਮੰਨਦੇ ਹੋਏ ਆਪਣੇ ਜੀਵਨ ਨੂੰ ਬਤੀਤ ਕਰੀਏ। ਆਪਣੇ ਆਪ ਤੋਂ ਜ਼ਿੰਮੇਵਾਰੀਆਂ ਦਾ ਭਾਰ ਲਾ ਲਈਏ। ਦੁਨਿਆਵੀ ਜ਼ਿੰਮੇਵਾਰੀਆਂ ਨਹੀਂ ਲਾਉਣੀਆਂ, ਪਰ ਉਹਨਾਂ ਦੇ ਪਿੱਛੇ ਜੋ ਸਾਡੀ ਹੰਕਾਰੀ ਪ੍ਰਵਿਰਤੀ ਹੈ, ਜਦੋਂ ਅਸੀਂ ਇਹ ਸੋਚਦੇ ਹਾਂ ਕਿ ਇਹ ਮੈਂ ਕਰ ਰਿਹਾ ਹਾਂ, ਬਸ ਉਸ ਭਾਵ ਨੂੰ ਖਤਮ ਕਰ ਪਾਈਏ। ਇੰਨੀ ਕੁ ਪ੍ਰਮਾਤਮਾ ਸਾਡੇ ਤੇ ਮਿਹਰ ਕਰੇ। ਇਸੇ ਸੰਦੇਸ਼ ਦੇ ਨਾਲ ਹੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।